ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਕੱਲ੍ਹ ਆਪਾਂ ਸੂਫੀ ਕਾਵਿ ਨਾਲ ਸੰਬੰਧਿਤ ਪ੍ਰਸ਼ਨ ਕੀਤੇ ਸੀ। ਅੱਜ ਉਹਨਾਂ ਪ੍ਰਸ਼ਨਾਂ ਦੇ ਉੱਤਰਾਂ ਬਾਰੇ ਗੱਲ ਕਰਾਂਗੇ। ਤੁਹਾਡੇ ਜਿੰਨੇ ਵੀ ਪ੍ਰਸ਼ਨ ਠੀਕ ਹੁੰਦੇ ਆ ਆਪਣੇ ਨੰਬਰ ਜ਼ਰੂਰ ਸ਼ੇਅਰ ਕਰਿਓ ਵੀਡੀਓ ਦੇ ਲਾਸਟ 'ਤੇ। ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਸਾਡਾ ਪਹਿਲਾ ਪ੍ਰਸ਼ਨ ਸੀ, ਪੰਜਾਬੀ ਸਾਹਿਤ ਦੇ ਮੋਢੀ ਕੌਣ ਹਨ? ਆਪਸ਼ਨ ਊੜਾ ਸ਼ੇਖ ਫਰੀਦ ਜੀ। ਬਾਬਾ ਫਰੀਦ ਜੀ ਦੇ ਕਿੰਨੇ ਸਲੋਕ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? ਤਾਂ ਬਾਬਾ ਫਰੀਦ ਜੀ ਦੇ 112 ਸਲੋਕ ਤੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਸ਼ੇਖ ਫਰੀਦ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਕੀ ਹੈ? ਆਪਸ਼ਨ ਐੜਾ ਦੁੱਖ। ਸ਼ੇਖ ਫਰੀਦ ਜੀ ਨੇ ਆਪਣੇ ਵਿਚਾਰ ਕਿਹੜੀ ਭਾਸ਼ਾ ਵਿੱਚ ਲੋਕਾਂ ਤੱਕ ਪਹੁੰਚਾਏ? ਆਪਸ਼ਨ ਏਡੀ ਲਹਿੰਦੀ ਪੰਜਾਬੀ ਭਾਸ਼ਾ ਵਿੱਚ। ਕਿਸ ਦੀ ਬਾਣੀ ਰਹੱਸਵਾਦ ਨਾਲ ਭਰਪੂਰ ਹੈ? ਆਪਸ਼ਨ ਊੜਾ ਸ਼ੇਖ ਫਰੀਦ ਜੀ ਦੀ। ਸ਼ਾਹ ਹੁਸੈਨ ਕਿਸ ਗੁਰੂ ਸਾਹਿਬਾਨ ਦਾ ਸਮਕਾਲੀ ਸੀ? ਆਪਸ਼ਨ ਐੜਾ ਗੁਰੂ ਅਰਜਨ ਦੇਵ ਜੀ ਦਾ। ਕਿਸ ਦੀਆਂ ਕਾਫੀਆਂ ਮੁਸਲਮਾਨ ਫਕੀਰ ਆਮ ਗਾਉਂਦੇ ਹਨ? ਆਪਸ਼ਨ ਊੜਾ ਸ਼ਾਹ ਹੁਸੈਨ ਦੀਆਂ। ਸ਼ਾਹ ਹੁਸੈਨ ਖੁਦਾ ਨੂੰ ਮਿਲਣ ਦਾ ਇੱਕੋ ਇੱਕ ਮਹੱਤਵਪੂਰਨ ਸਾਧਨ ਕਿਹੜਾ ਮੰਨਦਾ ਹੈ? ਆਪਸ਼ਨ ਐੜਾ ਆਪੇ ਦੀ ਪਛਾਣ। ਉਸ ਦੇ ਅਨੁਸਾਰ ਜਿਹੜਾ ਰੱਬ ਆ ਉਹ ਆਪਣੇ ਅੰਦਰ ਹੀ ਹੈ, ਉਸ ਨੂੰ ਕਿਤੇ ਵੀ ਹੋਰ ਲੱਭਣ ਦੀ ਲੋੜ ਨਹੀਂ, ਸਾਨੂੰ ਆਪਣੇ ਅੰਦਰ ਨੂੰ ਪਛਾਣਨਾ ਚਾਹੀਦਾ ਹੈ। ਸ਼ਾਹ ਹੁਸੈਨ ਨੇ ਆਪਣੀਆਂ ਕਾਫੀਆਂ ਵਿੱਚ ਕਿਸ ਦੇ ਰਿਸ਼ਤੇ ਨੂੰ ਰਹੱਸਵਾਦੀ ਢੰਗ ਨਾਲ ਪ੍ਰਗਟਾਇਆ? ਆਪਸ਼ਨ ਸੱਸਾ ਉਪਰੋਕਤ ਸਾਰੇ ਹੀ। ਉਸਨੇ ਆਤਮਾ ਪਰਮਾਤਮਾ ਦੇ, ਜੀਵ ਦੇ ਤੇ ਜਗਤ ਦੇ, ਇਹਨਾਂ ਸਾਰਿਆਂ ਦੇ ਰਿਸ਼ਤੇ ਨੂੰ ਹੀ ਜਿਹੜਾ ਰਹੱਸਵਾਦੀ ਢੰਗ ਦੇ ਨਾਲ ਪੇਸ਼ ਕੀਤਾ ਹੈ। ਸ਼ਾਹ ਹੁਸੈਨ ਨੇ ਪੰਜਾਬੀ ਵਿੱਚ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ? ਆਪਸ਼ਨ ਸੱਸਾ 163। ਕਿਸ ਦੇ ਪ੍ਰਵੇਸ਼ ਨਾਲ ਪੰਜਾਬੀ ਸੂਫੀ ਕਵਿਤਾ ਆਪਣੀ ਸਿਖਰ 'ਤੇ ਪੁੱਜਦੀ ਹੈ? ਆਪਸ਼ਨ ਈਡੀ ਬੁੱਲੇ ਸ਼ਾਹ ਦੇ ਨਾਲ ਜਿਹੜੀ ਹੈ ਪੰਜਾਬੀ ਕਵਿਤਾ ਆਪਣੇ ਸਿਖਰ 'ਤੇ ਪੁੱਜਦੀ ਹੈ। ਪੀਰ ਅਨਾਇਤ ਸ਼ਾਹ ਕਿਸ ਦਾ ਮੁਰਸ਼ਦ ਸੀ? ਆਪਸ਼ਨ ਐੜਾ ਬੁੱਲੇ ਸ਼ਾਹ ਦਾ। ਬੁੱਲੇ ਸ਼ਾਹ ਨੇ ਆਪਣੀਆਂ ਕਾਫੀਆਂ ਵਿੱਚ ਕਿਹੜੀ ਹਾਲਤ ਨੂੰ ਬਿਆਨ ਕੀਤਾ ਹੈ? ਆਪਸ਼ਨ ਸੱਸਾ ਉਪਰੋਕਤ ਸਾਰੇ ਹੀ। ਉਸਨੇ ਆਪਣੀਆਂ ਕਾਫੀਆਂ ਦੇ ਵਿੱਚ ਸਮਕਾਲੀ, ਰਾਜਸੀ ਤੇ ਸਮਾਜਿਕ ਸਾਰੀਆਂ ਹੀ ਪ੍ਰਸਥਿਤੀਆਂ ਦਾ ਵਰਣਨ ਕੀਤਾ ਹੈ। ਬੁੱਲੇ ਸ਼ਾਹ ਨੇ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਕੀਤੀ? ਬੁੱਲੇ ਸ਼ਾਹ ਨੇ ਕਾਫੀਆਂ ਦੀ ਰਚਨਾ ਵੀ ਕੀਤੀ ਸੀ, ਅਠਵਾਰੇ ਵੀ ਲਿਖਿਆ ਸੀ ਤੇ ਛੇ ਹਰਫੀਆਂ ਵੀ। ਸਹੀ ਆਨਸਰ ਹੋ ਗਿਆ ਸੱਸਾ ਉਪਰੋਕਤ ਸਾਰੇ ਹੀ। ਬੁੱਲੇ ਸ਼ਾਹ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ? ਆਪਸ਼ਨ ਈਡੀ ਬੁੱਲੇ ਸ਼ਾਹ ਨੇ 156 ਕਾਫੀਆਂ ਦੀ ਰਚਨਾ ਕੀਤੀ ਸੀ। ਸੂਫੀ ਮਤ ਕਦੋਂ ਹੋਂਦ ਵਿੱਚ ਆਇਆ? ਆਪਸ਼ਨ ਐੜਾ 9ਵੀਂ ਸਦੀ ਦੇ ਵਿੱਚ। ਸੂਫੀ ਸ਼ਬਦ ਕਿਸ ਤੋਂ ਬਣਿਆ? ਆਪਸ਼ਨ ਊੜਾ ਸੂਫ ਤੋਂ। ਸੂਫ ਤੋਂ ਕੀ ਭਾਵ ਹੁੰਦਾ? ਉੱਨ ਦੇ, ਜਿਹੜੇ ਲੋਕ ਉੱਨ ਦੇ ਮੋਟੇ ਕੱਪੜੇ ਪਾਉਂਦੇ ਆ ਉਹਨਾਂ ਨੂੰ ਕੀ ਕਹਿੰਦੇ? ਸੂਫੀ। ਤੇ ਜੇ ਇੱਥੇ ਫੱਫੇ ਦੇ ਪੈਰ ਵਿੱਚ ਬਿੰਦੀ ਹੁੰਦੀ ਫਿਰ ਇਹ ਵੀ ਸਹੀ ਹੋਣਾ ਸੀ, ਕਿਉਂਕਿ ਸਫ ਤੋਂ ਕੀ ਭਾਵ ਹੁੰਦਾ? ਮਤਲਬ ਕਤਾਰ, ਭਾਵ ਜੋ ਲੋਕ ਪਹਿਲੀ ਕਤਾਰ ਵਿੱਚ ਖਲੋ ਕੇ ਨਮਾਜ਼ ਪੜ੍ਹਦੇ ਆ ਉਹਨਾਂ ਨੂੰ ਕੀ ਕਹਿੰਦੇ ਨੇ? ਸੂਫੀ। ਇੱਥੇ ਸਫ ਆ, ਫਿਰ ਇਹ ਕੀ ਆ? ਨਹੀਂ ਹੈ, ਇਕੱਲਾ ਸੂਫ। ਸੂਫੀ ਸਾਧਕ ਦੇ ਬੁਨਿਆਦੀ ਅਸੂਲ ਹਨ ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਸੱਸਾ ਆਪਸ਼ਨ ਸਹੀ ਉਪਰੋਕਤ ਸਾਰੇ ਹੀ। ਸੂਫੀਆਂ ਦੇ ਫਿਰਕੇ ਜਾਂ ਸੰਪਰਦਾਇ ਕਿਹੜੇ ਕਿਹੜੇ ਹਨ? ਨਕਸ਼ਬੰਦੀ ਵੀ ਆ, ਚਿਸ਼ਤੀ ਵੀ ਆ ਤੇ ਸੁਹਾਰਵਰਦੀ ਵੀ ਆ। ਇਹਦਾ ਆਨਸਰ ਵੀ ਸੱਸਾ ਉਪਰੋਕਤ ਸਾਰੇ ਹੀ। ਸੂਫੀ ਕਾਵਿ ਦਾ ਸੰਸਥਾਪਕ ਕੌਣ ਹੈ? ਆਪਸ਼ਨ ਈਡੀ ਬਾਬਾ ਫਰੀਦ ਜੀ। ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ? ਆਪਸ਼ਨ ਊੜਾ 1173 ਈਸਵੀ ਨੂੰ। ਬਾਬਾ ਫਰੀਦ ਜੀ ਦੀ ਕਿਹੜੀ ਸੰਪਰਦਾਇ ਨਾਲ ਸੰਬੰਧਿਤ ਸੀ? ਬਾਬਾ ਫਰੀਦ ਜੀ ਚਿਸ਼ਤੀ ਸੰਪਰਦਾਇ ਨਾਲ ਸੰਬੰਧਿਤ ਸਨ। ਬਾਬਾ ਫਰੀਦ ਜੀ ਦੇ ਗੁਰੂ ਸਨ। ਬਾਬਾ ਫਰੀਦ ਜੀ ਦੇ ਜਿਹੜੇ ਮੁਰਸ਼ਦ ਸੀ ਉਹ ਸੀ ਸੂਫੀ ਫਕੀਰ ਖਵਾਜਾ ਕੁਤਬਦੀਨ ਬਖਤਿਆਰ ਕਾਕੀ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸਲੋਕ ਦਰਜ ਹਨ?
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ 112 ਸਲੋਕ ਦਰਜ ਹਨ। ਜੇ ਇੱਥੇ ਪ੍ਰਸ਼ਨ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਨਾਮ ਹੇਠ ਕਿੰਨੇ ਸਲੋਕ ਦਰਜ ਆ, ਫਿਰ ਇਹਦਾ ਉੱਤਰ ਕੀ ਹੋਣਾ ਸੀ? 112 ਨਹੀਂ ਹੋਣਾ ਸੀ, ਫਿਰ ਹੋਣਾ ਸੀ 130, ਕਿਉਂਕਿ 112 ਤਾਂ ਬਾਬਾ ਫਰੀਦ ਜੀ ਦੇ ਹੋ ਗਏ ਅਤੇ ਜਿਹੜੇ 18 ਸਲੋਕ ਨੇ ਉਹ ਦੂਜੇ ਗੁਰੂ ਸਾਹਿਬਾਨ ਦੇ ਨੇ, ਜਿਹੜੇ ਬਾਬਾ ਫਰੀਦ ਜੀ ਦੇ ਨਾਮ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਿਓ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ ਦੇ ਸਲੋਕ ਕਿਸ ਸਿਰਲੇਖ ਹੇਠ ਦਰਜ ਹਨ? ਸਲੋਕ ਸ਼ੇਖ ਫਰੀਦ ਜੀ ਕੇ। ਫਰੀਦ ਬਾਣੀ ਦਾ ਮੁੱਖ ਵਿਸ਼ਾ ਕੀ ਹੈ? ਉਹਨਾਂ ਦਾ ਜਿਹੜਾ ਮੁੱਖ ਵਿਸ਼ਾ ਰੱਬੀ ਅਰਾਧਨਾ, ਦੁਨਿਆਵੀ ਨਾਸ਼ਮਾਨਤਾ ਅਤੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਇਹਦਾ ਸੱਸਾ ਆਪਸ਼ਨ ਉਪਰੋਕਤ ਸਾਰੇ ਹੀ। ਬਾਬਾ ਫਰੀਦ ਜੀ ਕਿਹੜੇ ਕਾਲ ਨਾਲ ਸੰਬੰਧਿਤ ਹਨ? ਬਾਬਾ ਫਰੀਦ ਜੀ ਪੂਰਵ ਨਾਨਕ ਕਾਲ ਨਾਲ ਸੰਬੰਧਿਤ ਹਨ। ਸ਼ਾਹ ਹੁਸੈਨ ਕਿਸ ਕਾਲ ਦਾ ਕਵੀ ਹੈ? ਸ਼ਾਹ ਹੁਸੈਨ ਮੁਗਲ ਕਾਲ ਦਾ ਕਵੀ ਸੀ। ਸ਼ਾਹ ਹੁਸੈਨ ਕਿਹੜੇ ਫਿਰਕੇ ਨਾਲ ਸੰਬੰਧਿਤ ਸੀ? ਸ਼ਾਹ ਹੁਸੈਨ ਜਿਹੜਾ ਉਹ ਮਲਾਮਤੀ ਫਿਰਕੇ ਨਾਲ ਸੰਬੰਧਿਤ ਸੀ। ਆ ਬਸ ਦੋ ਹੀ ਯਾਦ ਰੱਖ ਲਓ, ਬਾਕੀ ਲਗਭਗ ਕਾਦਰੀ ਹੈ। ਬਾਬਾ ਫਰੀਦ ਜੀ ਹੋ ਗਏ ਚਿਸ਼ਤੀ, ਸ਼ਾਹ ਹੁਸੈਨ ਮਲਾਮਤੀ, ਬਾਕੀ ਲਗਭਗ ਜਿਹੜੇ ਹੈਗੇ ਸੂਫੀ ਕਵੀ ਉਹ ਕਾਦਰੀ ਸਿਲਸਿਲੇ ਨਾਲ ਸੰਬੰਧਿਤ ਆ। ਸ਼ਾਹ ਹੁਸੈਨ ਕਿਹੜੇ ਗੁਰੂ ਸਾਹਿਬਾਨ ਦਾ ਸਮਕਾਲੀ ਸੀ? ਆਪਸ਼ਨ ਏਡੀ ਗੁਰੂ ਅਰਜਨ ਦੇਵ ਜੀ ਦਾ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਇਹ ਕਥਨ ਕਿਸ ਸੂਫੀ ਕਵੀ ਦਾ ਹੈ? ਆਪਸ਼ਨ ਊੜਾ ਸ਼ਾਹ ਹੁਸੈਨ ਜੀ ਦਾ। ਵਜੀਦ ਕਿਹੜੇ ਫਿਰਕੇ ਨਾਲ ਸੰਬੰਧਿਤ ਹੈ? ਆਪਸ਼ਨ ਸੱਸਾ ਰੋਸ਼ਨੀਆਂ। ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਇੰਜ ਕਰ, ਇਹ ਲੋਕ ਉਕਤੀ ਬਣ ਗਈ ਜੋ ਸਮਾਜ ਵਿਚਲਾ ਕਿਹੜਾ ਚਿਹਰਾ ਉਲੀਕਦੀ ਹੈ? ਆਪਸ਼ਨ ਈਡੀ ਸਮਾਜ ਦੀ ਜਿਹੜੀ ਕਾਣੀ ਵੰਡ ਆ ਅਤੇ ਅਨਿਆਂ ਭਰਪੂਰ ਸਥਿਤੀ ਆ ਉਸ ਨੂੰ ਇਹ ਪੇਸ਼ ਕਰਦੀ ਆ। ਸੁਲਤਾਨ ਬਾਹੂ ਕਿਸ ਸੰਪਰਦਾਇ ਨਾਲ ਸੰਬੰਧਿਤ ਸੀ? ਆਪਸ਼ਨ ਐੜਾ ਕਾਦਰੀ। ਸੁਲਤਾਨ ਬਾਹੂ ਨੇ ਹਰ ਤੁਕ ਦੇ ਅੰਤ 'ਤੇ ਕਿਹੜਾ ਸ਼ਬਦ ਵਰਤਿਆ? ਆਪਸ਼ਨ ਸੱਸਾ ਹੂ। ਸੁਲਤਾਨ ਬਾਹੂ ਵਧੇਰੇ ਕਰਕੇ ਕਿਹੜੇ ਕਾਵਿ ਰੂਪ ਵਿੱਚ ਹੂ ਸ਼ਬਦ ਦੀ ਵਰਤੋਂ ਕਰਦਾ ਹੈ? ਤਾਂ ਆਪਸ਼ਨ ਊੜਾ ਦੋੜੇ। ਬੁੱਲੇ ਸ਼ਾਹ ਦੇ ਮੁਰਸ਼ਦ ਦਾ ਨਾਮ ਕੀ ਸੀ? ਸ਼ਾਹ ਅਨਾਇਤ ਕਾਦਰੀ। ਬੁੱਲੇ ਸ਼ਾਹ ਦੀਆਂ ਕਾਫੀਆਂ ਹਨ? ਆਪਸ਼ਨ ਸੱਸਾ 156। ਇਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਪ੍ਰਸ਼ਨ ਸੌਖੇ ਹੀ ਆ, ਪਰ ਜਦੋਂ ਪੇਪਰ ਹੁੰਦਾ ਨਾ ਜ਼ਿਆਦਾਤਰ ਆਪਣੇ ਪ੍ਰਸ਼ਨ ਉਹੀ ਗਲਤ ਹੁੰਦੇ ਜਿਹੜੇ ਆਪਾਂ ਨੂੰ ਸੌਖੇ ਲੱਗਦੇ। ਗਲਤੀ ਦਾ ਕਾਰਨ ਕੀ ਆ? ਆਪਾਂ ਧਿਆਨ ਨਾਲ ਪੜ੍ਹਦੇ ਹੀ ਨਹੀਂ ਗੇ। ਜਦੋਂ ਧਿਆਨ ਨਾਲ ਪੜ੍ਹਦੇ ਨਹੀਂ ਤਾਂ ਫਿਰ ਭਾਵੇਂ ਆਉਂਦਾ ਵੀ ਹੋਵੇ ਫਿਰ ਵੀ ਗਲਤ ਕਰ ਦਿੰਦੇ ਆ। ਜਿਵੇਂ ਉਹ ਇੱਕ ਸਟੋਰੀ ਤੁਸੀਂ ਸੁਣੀ ਹੋਊਗੀ ਸਭ ਨੇ, ਜਿਵੇਂ ਇੱਕ ਆਦਮੀ ਹੁੰਦਾ ਅਤੇ ਉਹਦੇ ਕੋਲ ਇੱਕ ਗੁਣ ਹੁੰਦਾ, ਇੱਕ ਤਰ੍ਹਾਂ ਮੰਨ ਲਓ ਉਹ ਹਰ ਲੌਕ ਖੋਲ੍ਹ ਲੈਂਦਾ ਹੁੰਦਾ, ਭਾਵੇਂ ਘਰ ਦਾ ਲੌਕ ਹੋਵੇ, ਕੋਈ ਤਿਜੋਰੀ ਦਾ ਹੋਵੇ, ਕੋਈ ਵੀ ਹਾਈ ਸਿਕਿਉਰਿਟੀ ਦਾ ਲੌਕ ਹੋਵੇ ਨਾ, ਖੋਲ੍ਹ ਲੈਂਦਾ ਹੁੰਦਾ ਸੀ। ਅਤੇ ਸਾਰੇ ਜਣੇ ਬਹੁਤ ਹੈਰਾਨ ਸੀ ਵੀ ਇਹ ਕਿਵੇਂ ਖੋਲ੍ਹ ਲੈਂਦਾ। ਇੱਕ ਵਾਰੀ ਉਹਨੂੰ ਫਿਰ ਇੱਕ ਚੈਲੰਜ ਦਿੰਦੇ ਆ ਵੀ ਤੂੰ ਆਹ ਲੌਕ ਖੋਲ੍ਹ ਕੇ ਦਿਖਾ। ਉਹਨੂੰ ਇੱਕ ਕਮਰੇ 'ਚ ਬੰਦ ਕਰ ਦਿੰਦੇ ਆ ਅਤੇ ਬਹੁਤ ਸਾਰੇ ਲੋਕ ਦੇਖਣ ਆਉਂਦੇ ਆ ਅਤੇ ਉਹ ਵੀ ਚੈਲੰਜ ਅਸੈਪਟ ਕਰ ਲੈਂਦਾ, ਕਿਉਂਕਿ ਉਹਨੂੰ ਪਤਾ ਹੁੰਦਾ ਮੈਂ ਤਾਂ ਲੌਕ ਖੋਲ੍ਹ ਹੀ ਲੈਣਾ ਭਾਵੇਂ ਕੋਈ ਵੀ ਹੋਵੇ। ਹੁੰਦਾ ਕੀ ਆ, ਜਦੋਂ ਉਹ ਲੌਕ ਖੋਲ੍ਹਣ ਲੱਗਦਾ ਅਤੇ ਹੈ ਨਾ ਜਿਹੜੀ ਤਾਰ ਨਾਲ ਵੀ ਉਹ ਲੌਕ ਖੋਲ੍ਹਦਾ ਹੁੰਦਾ ਸਾਰੇ, ਉਹ ਤਾਰ ਕੱਢਦਾ, ਲੌਕ ਖੋਲ੍ਹਣਾ ਸ਼ੁਰੂ ਕਰਦਾ। ਉਹ ਬਹੁਤ ਕੋਸ਼ਿਸ਼ ਕਰਦਾ ਪਰ ਉਹਦੇ ਤੋਂ ਲੌਕ ਖੋਲ੍ਹਦਾ ਹੀ ਨਹੀਂ। ਫਿਰ ਉਹਨੂੰ ਆਪਦੀ ਜਿਹੜੀ ਹਾਰ, ਉਹਨੂੰ ਕਿਹਾ ਹੁੰਦਾ ਵੀ ਜਾਂ ਤਾਂ ਤੂੰ ਲੌਕ ਖੋਲ੍ਹਦੀ ਜਾਂ ਤੂੰ ਆਪਣੀ ਹਾਰ ਨੂੰ ਸਵੀਕਾਰ ਕਰ ਲਈ। ਫਿਰ ਉਹਦੇ ਤੋਂ ਜਦੋਂ ਲੌਕ ਖੋਲ੍ਹਦਾ ਹੀ ਨਹੀਂ ਹੈ ਨਾ, ਉਹਨੂੰ ਬਹੁਤ ਪਰੇਸ਼ਾਨ ਹੋ ਜਾਂਦਾ ਅਤੇ ਉਹ ਆਪਦੀ ਜਿਹੜੀ ਹਾਰ ਸਵੀਕਾਰ ਕਰ ਲੈਂਦਾ। ਜਦੋਂ ਮਤਲਬ ਨਿਰਾਸ਼ ਹੋ ਕੇ ਉਹ ਬੈਠ ਜਾਂਦਾ ਗੇਟ ਦੇ ਨਾਲ, ਤਾਂ ਗੇਟ ਨੂੰ ਥੋੜ੍ਹਾ ਜਿਹਾ ਜਿਵੇਂ ਧੱਕਾ ਲੱਗਦਾ ਅਤੇ ਉਹ ਖੁੱਲ੍ਹ ਜਾਂਦਾ। ਫਿਰ ਉਹਨੂੰ ਫੀਲ ਹੁੰਦਾ, ਕਹਿੰਦਾ ਲੈ ਇਹ ਗੱਲ ਤਾਂ ਮੈਂ ਸੋਚੀ ਨਹੀਂ ਵੀ ਜੇ ਲੌਕ ਖੁੱਲ੍ਹ ਨਹੀਂ ਰਿਹਾ ਤਾਂ ਗੇਟ ਲੌਕ ਹੋਣਾ ਹੀ ਨਹੀਂ। ਪਰ ਗੱਲ ਇਹ ਆ ਕਿ ਉਹਨੂੰ ਮੌਕੇ 'ਤੇ ਉਹ ਗੱਲ ਸੁੱਝਦੀ ਨਹੀਂ। ਇਸੇ ਤਰ੍ਹਾਂ ਹੀ ਆਪਾਂ ਕਰਦੇ ਹਾਂ। ਜਦੋਂ ਆਪਣਾ ਪੇਪਰ ਹੁੰਦਾ
ਮਤਲਬ ਘਬਰਾ ਜਾਂਦੇ ਹਾਂ ਅਤੇ ਜ਼ਿਆਦਾ ਸੋਚਦੇ ਹੀ ਨਹੀਂ, ਅਤੇ ਉੱਤਰ ਆਉਂਦਿਆਂ ਹੋਇਆ ਵੀ ਜਿਹੜਾ ਨਾ ਆਪਾਂ ਗਲਤ ਕਰ ਆਉਂਦੇ ਹਾਂ। ਗੱਲ ਹੁੰਦੀ ਆ ਵੀ ਜਦੋਂ ਪੇਪਰ ਆ ਉੱਥੇ ਭਾਵੇਂ ਕੋਈ ਜ਼ਿਆਦਾ ਪੜ੍ਹ ਕੇ ਗਿਆ, ਥੋੜ੍ਹਾ ਪੜ੍ਹ ਕੇ ਗਿਆ, ਉਹ ਨਹੀਂ ਮਤਲਬ ਉਹ ਵੀ ਹੁੰਦਾ, ਪਰ ਜ਼ਿਆਦਾਤਰ ਕੀ ਆ, ਮੌਕੇ 'ਤੇ ਕਿਹੜਾ ਉੱਤਰ ਸਹੀ ਆਪਾਂ ਕਰਦੇ ਹਾਂ ਉਸ ਗੱਲ ਦਾ ਜ਼ਿਆਦਾ ਪ੍ਰਭਾਵ ਪੈਂਦਾ। ਕੋਈ ਇੰਟੈਲੀਜੈਂਟ ਆ ਉਦੋਂ ਤੱਕ ਉਹਦੀ ਇੰਟੈਲੀਜੈਂਸੀ ਕੰਮ ਨਹੀਂ ਕਰਦੀ ਜਦੋਂ ਤੱਕ ਉਹ ਕੀ ਆ, ਪੇਪਰ ਦੇ ਵਿੱਚ ਉਹਨੂੰ ਉੱਤਰ ਦਾ ਪਤਾ ਨਹੀਂ ਲੱਗਦਾ। ਇਸ ਲਈ ਕਦੀ ਵੀ ਪੇਪਰ ਦੇ ਵਿੱਚ ਕੀ ਆ, ਜਲਦਬਾਜ਼ੀ ਨਹੀਂ ਕਰਨੀ, ਧਿਆਨ ਨਾਲ ਉੱਤਰ ਸੋਚਣਾ। ਨਾ ਹੀ ਆਪਦੇ ਇੱਧਰ ਉੱਧਰ ਵਾਲਿਆਂ ਨੂੰ ਪੁੱਛਿਆ ਕਰੋ, ਐਂ ਸਮਝਿਆ ਕਰੋ ਕੋਈ ਇੰਟੈਲੀਜੈਂਟ ਨਹੀਂ, ਮੈਂ ਹੀ ਹਾਂ ਬਸ, ਮੈਨੂੰ ਹੀ ਆਉਂਦਾ ਸਾਰਾ, ਕਿਉਂਕਿ ਕੋਈ ਵੀ ਤੁਹਾਨੂੰ ਸਹੀ ਨਹੀਂ ਕਰਵਾਊਗਾ। ਆਪਾਂ ਕਿਹੜਾ ਪ੍ਰਸ਼ਨ ਕਰ ਰਹੇ ਸੀ, ਕਰ ਲਿਆ ਸੀ। ਬੁੱਲੇ ਸ਼ਾਹ ਦੀਆਂ ਕਿੰਨੀਆਂ ਕਾਫੀਆਂ ਨੇ? 156। ਬੁੱਲੇ ਸ਼ਾਹ ਦੀਆਂ 6 ਹਰਫੀਆਂ ਹਨ। ਆਪਸ਼ਨ ਐੜਾ 3। ਬੁੱਲੇ ਸ਼ਾਹ ਨੂੰ ਪ੍ਰਸਿੱਧੀ ਕਿਸ ਕਾਵਿ ਰੂਪ ਨੂੰ ਲਿਖਣ 'ਤੇ ਮਿਲੀ ਸੀ? ਆਪਸ਼ਨ ਊੜਾ ਕਾਫੀਆਂ। ਸੂਫੀ ਮਤ ਕੀ ਹੈ? ਸੂਫੀ ਮਤ ਜਿਹੜਾ ਇਸਲਾਮੀ ਧਾਰਮਿਕ ਵਿਸ਼ਵਾਸਾਂ ਨੂੰ ਦੁਨਿਆਵੀ ਹਕੀਕਤਾਂ ਮੁਤਾਬਕ ਢਾਲਣ ਵਾਲੀ ਲਹਿਰ ਹੈ। ਗੁਲਾਮ ਫਰੀਦ ਕਿਹੜੀ ਸੰਪਰਦਾ ਨਾਲ ਸੰਬੰਧਿਤ ਸੀ? ਆਪਸ਼ਨ ਊੜਾ ਸੁਹਾਰਵਰਦੀ। ਆਹ ਪ੍ਰਸ਼ਨ ਕੱਟ ਦਿਓ, ਇਹ ਗਲਤ ਆ। ਤੁਸੀਂ ਆਪਦੇ 70 ਪ੍ਰਸ਼ਨਾਂ ਦੇ ਵਿੱਚੋਂ ਹੀ ਆਪਦੇ ਨੰਬਰ ਦੱਸਿਓ। 12ਵਾਂ ਛੀ ਹਰਫੀ ਕਸਬਨਾਮਾ ਇਹ ਕਾਵਿ ਰੂਪ ਕਿਸ ਨੇ ਲਿਖੇ? ਆਪਸ਼ਨ ਊੜਾ ਫਰਦ ਫਕੀਰ। ਇਸ ਤਰ੍ਹਾਂ ਦੇ ਪ੍ਰਸ਼ਨ ਜਦੋਂ ਤੁਹਾਨੂੰ ਨਹੀਂ ਪਤਾ ਲੱਗਦੇ ਹੁੰਦੇ ਨਾ, ਇਹ ਸੋਚ ਲਿਆ ਕਰੋ ਕਿ ਬਾਬਾ ਫਰੀਦ ਜੀ ਨੇ ਤਾਂ ਜਿਹੜੇ ਸ਼ਬਦ ਅਤੇ ਸ਼ਲੋਕ ਹੀ ਲਿਖੇ, ਇਸ ਤਰ੍ਹਾਂ ਬੁੱਲੇ ਸ਼ਾਹ ਨੇ ਵੀ ਜਿਹੜੀ ਛੀ ਹਰਫੀ ਲਿਖੀ ਸੀ, ਮਤਲਬ ਜੋ ਵੀ ਲਿਖਿਆ ਉਹ ਸੋਚ ਲਿਆ ਕਰੋ। ਫਿਰ ਪਹਿਲਾਂ ਹੀ ਜਿਵੇਂ ਬਾਬਾ ਫਰੀਦ ਵੀ ਕੱਟਤਾ, ਬੁੱਲੇ ਸ਼ਾਹ ਕੱਟਤਾ, ਫਿਰ ਇਹ 2 ਰਹਿ ਗਏ, ਇਹਨਾਂ 'ਚੋਂ ਦੇਖਣਾ ਵੀ ਕਿਹੜਾ ਸਹੀ ਹੋਊਗਾ। ਮਤਲਬ ਇੱਕ ਰਾਈਟਰ ਦੀ ਕੀ ਆ, ਤੁਸੀਂ ਯਾਦ ਕਰ ਲਿਆ ਕਰੋ ਇਹਨੇ ਕਿਹੜੇ ਕੀਤੇ ਆ। ਗੁਲਾਮ ਫਰੀਦ ਦੀ ਕਵਿਤਾ ਤੇ ਵੇਦਾਂਤ ਉੱਪਰ ਕਿਸ ਦਾ ਪ੍ਰਭਾਵ ਹੈ? ਆਪਸ਼ਨ ਸੱਸਾ ਸਾਰੇ ਹੀ। ਵਜੀਦ ਨੇ ਆਪਣੇ ਵਿਚਾਰਾਂ ਦੇ ਪ੍ਰਗਟਾ ਲਈ ਕਿਸ ਨੂੰ ਅਪਣਾਇਆ? ਵਜੀਦ ਨੇ ਸ਼ਲੋਕ, ਸ਼ਬਦ ਤੇ ਦੋਰੇ। ਆਪਸ਼ਨ ਸੱਸਾ ਉਪਰੋਕਤ ਸਾਰੇ ਹੀ। ਗੁਲਾਮ ਫਰੀਦ ਦੀਆਂ ਕਿੰਨੀਆਂ ਕਾਫੀਆਂ ਮਿਲਦੀਆਂ ਹਨ? ਆਪਸ਼ਨ ਈੜੀ 271। ਜਿਹੜਾ ਉੱਪਰ ਪ੍ਰਸ਼ਨ ਸੀ ਨਾ, ਉਹਦੀਆਂ ਆਪਸ਼ਨ ਸਹੀ ਨਹੀਂ ਗਿਆ, ਉਹ ਕੱਟ ਦਿਓ। ਸੂਫੀਆਂ ਅਨੁਸਾਰ ਮਨੁੱਖੀ ਆਤਮਾ ਵਿੱਚ ਮੌਜੂਦ ਹੈ। ਆਪਸ਼ਨ ਈੜੀ ਊੜਾ ਤੇ ਐੜਾ ਦੋਵੇਂ ਹੀ। ਪੰਜਾਬ ਵਿੱਚ ਸੂਫੀ ਮਤ ਨੇ ਕਦੋਂ ਪ੍ਰਵੇਸ਼ ਕੀਤਾ? ਪੰਜਾਬ ਦੇ ਵਿੱਚ ਪੁੱਛਿਆ ਤਾਂ ਕੀ ਹੋਊਗਾ? ਆਪਸ਼ਨ ਊੜਾ 11ਵੀਂ ਸਦੀ ਦੇ ਵਿੱਚ। ਹੱਥ ਨਾ ਲਾਏ ਕੁਸੰਬੜਾ ਜਲ ਜਾਸੀ ਢੋਲਾ, ਤੁਕ ਵਿੱਚ ਕੁਸੰਬੜਾ ਤੋਂ ਕੀ ਭਾਵ ਹੈ? ਆਪਸ਼ਨ ਸੱਸਾ ਨਾਸ਼ਵਾਨ ਪਦਾਰਥ। ਫਰੀਦਾ 4 ਗਵਾਇਆ ਹੰਡ ਕੇ 4 ਗਵਾਇਆ ਸਮ, ਤੁਕ ਵਿੱਚ 4 ਤੋਂ ਕੀ ਭਾਵ ਹੈ? ਆਪਸ਼ਨ ਸੱਸਾ 4 ਪੈਰ 12 ਘੰਟੇ। ਸ਼ਾਹ ਹੁਸੈਨ ਪੰਜਾਬੀ ਸਾਹਿਤ ਦੇ ਕਿਹੜੇ ਇਤਿਹਾਸਿਕ ਕਾਲ ਦਾ ਕਵੀ ਹੈ? ਤਾਂ ਆਪਸ਼ਨ ਈੜੀ ਗੁਰੂ ਨਾਨਕ ਕਾਲ ਦਾ। ਸ਼ਾਹ ਹੁਸੈਨ ਦੀ ਮੁਰਸ਼ਦ ਦਾ ਨਾਮ ਕੀ ਸੀ? ਆਪਸ਼ਨ ਈੜੀ ਸ਼ੇਖ ਬਹਿਲੋਲ। ਸ਼ੇਖ ਉਸਮਾਨ ਤਾਂ ਸ਼ਾਹ ਹੁਸੈਨ ਦੇ ਪਿਤਾ ਜੀ ਸੀ। ਮੁੱਖ ਤੌਰ 'ਤੇ ਸ਼ਾਹ ਹੁਸੈਨ ਕਿਸ ਵਾਦ ਨਾਲ ਜੁੜਿਆ ਹੋਇਆ ਹੈ? ਆਪਸ਼ਨ ਈੜੀ ਰਹੱਸਵਾਦ ਦੇ ਨਾਲ। ਕਹਿ ਬਾਗੇ ਕੀ ਮੂਲੀ ਹੁਸੈਨਾ ਕਾਵਿ ਸਤਰਾਂ ਵਿੱਚ ਸ਼ਾਹ ਹੁਸੈਨ ਦੀ ਕਵਿਤਾ ਵਿਚਲੀ ਕਿਹੜੀ ਪ੍ਰਵਿਰਤੀ ਪ੍ਰਤੀਬਿੰਬਤ ਹੁੰਦੀ ਹੈ? ਆਪਸ਼ਨ ਈੜੀ ਨਿਮਰਤਾ ਦੀ। ਬੁੱਲੇ ਸ਼ਾਹ ਕਿਹੜੇ ਫਿਰਕੇ ਨਾਲ ਸੰਬੰਧ ਰੱਖਦਾ ਹੈ? ਆਪਸ਼ਨ ਸੱਸਾ ਕਾਦਰੀ। ਬੁੱਲੇ ਸ਼ਾਹ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕਿਹੜੇ ਕਾਵਿ ਰੂਪ ਨੂੰ ਅਪਣਾਇਆ? ਆਪਸ਼ਨ ਸੱਸਾ ਇਹ ਸਾਰੇ ਹੀ। ਬੁੱਲੇ ਸ਼ਾਹ ਨੇ ਸੂਫੀ ਮਤ ਦੀ ਤੀਜੀ ਮੰਜ਼ਿਲ ਕਿਸ ਨੂੰ ਆਖਿਆ? ਆਪਸ਼ਨ ਈੜੀ ਹਕੀਕਤ। ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ।
ਹੀਰ ਨਾ ਆਖੇ ਕੋਈ। ਇਹ ਤੁਕ ਆਪਣੇ ਆਪ ਵਿੱਚ ਬੁੱਲ੍ਹੇ ਸ਼ਾਹ ਦੇ ਕਿਹੜੇ ਕਾਵ ਰੂਪ ਦਾ ਭਾਗ ਹੈ? ਆਪਸ਼ਨ ਊੜਾ ਕਾਫੀਆਂ ਦਾ। ਅਲੀ ਹੈਦਰ ਕਿਸ ਧਾਰਾ ਦਾ ਕਵੀ ਸੀ? ਆਪਸ਼ਨ ਊੜਾ ਸੂਫੀ ਕਾਵਧਾਰਾ ਦਾ। ਬੁੱਲ੍ਹੇ ਸ਼ਾਹ ਦਾ ਜਨਮ ਕਦੋਂ ਹੋਇਆ? ਆਪਸ਼ਨ ਐੜਾ 1680 ਈਸਵੀ ਨੂੰ। ਸ਼ੇਖ ਫਰੀਦ ਜੀ ਦਾ ਜਨਮ ਕਦੋਂ ਹੋਇਆ? ਆਪਸ਼ਨ ਸੱਸਾ 1173 ਈਸਵੀ। ਸੂਫੀ ਸ਼ਬਦ ਕਿਸ ਤੋਂ ਬਣਿਆ? ਆਪਸ਼ਨ ਊੜਾ ਸੂਫ ਤੋਂ। ਬੁੱਲ੍ਹੇ ਸ਼ਾਹ ਦਾ ਸੰਬੰਧ ਕਿਸ ਧਾਰਾ ਨਾਲ ਹੈ? ਆਪਸ਼ਨ ਐੜਾ ਸੂਫੀ ਕਾਵਧਾਰਾ ਨਾਲ। ਸੁਲਤਾਨ ਬਾਹੂ ਨੇ ਕਿਸ ਕਾਵਿ ਰੂਪ ਵਿੱਚ ਰਚਨਾ ਕੀਤੀ? ਆਪਸ਼ਨ ਊੜਾ ਸ਼ੀਹਰਫੀਆਂ ਦੇ ਵਿੱਚ। ਕਿਸ ਸੂਫੀ ਸ਼ਾਇਰ ਦਾ ਜੀਵਨ ਕਾਲ 1539 ਤੋਂ 1593 ਈਸਵੀ ਹੈ? ਆਪਸ਼ਨ ਈੜੀ ਸ਼ਾਹ ਹੁਸੈਨ। ਕਈ ਬੁੱਕਸ ਦੇ ਵਿੱਚ 1599 ਵੀ ਮਿਲਦਾ, ਇਹਨਾਂ ਦੋਨਾਂ ਨੂੰ ਹੀ ਯਾਦ ਰੱਖਿਓ, 1593 ਵੀ ਅਤੇ 1599 ਵੀ। ਬਾਬਾ ਫਰੀਦ ਕਿਹੜੀ ਸਦੀ ਈਸਵੀ ਦੇ ਕਵੀ ਆ? ਆਪਸ਼ਨ ਐੜਾ 12ਵੀਂ 13ਵੀਂ ਸਦੀ ਦੇ। ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਸ਼ਾਹ ਹੁਸੈਨ ਦੀਆਂ ਕਿੰਨੀਆਂ ਕਾਫੀਆਂ ਹਨ? ਆਪਸ਼ਨ ਐੜਾ 163। ਅਤੇ ਭਾਸ਼ਾ ਵਿਭਾਗ ਅਨੁਸਾਰ ਜਿਹੜੀਆਂ ਸ਼ਾਹ ਹੁਸੈਨ ਦੀਆਂ ਕਿੰਨੀਆਂ ਕਾਫੀਆਂ, ਇਹ ਵੀ ਦੱਸਿਓ ਤੁਸੀਂ। ਪ੍ਰੋਫੈਸਰ ਪ੍ਰੀਤਮ ਸਿੰਘ ਅਨੁਸਾਰ ਸ਼ਾਹ ਹੁਸੈਨ ਕਿਹੜੀ ਸੰਪਰਦਾਇ ਨਾਲ ਸੰਬੰਧਿਤ ਹੈ? ਆਪਸ਼ਨ ਊੜਾ ਮਲਾਮਤੀ। ਸੂਫੀ ਕਵੀ ਸ਼ਾਹ ਹੁਸੈਨ ਨਾਲ ਜੁੜੇ ਹਿੰਦੂ ਮੁੰਡੇ ਦਾ ਕੀ ਨਾਮ ਸੀ? ਆਪਸ਼ਨ ਊੜਾ ਮਾਧੋ ਲਾਲ। ਇਸ ਕਰਕੇ ਉਹਨਾਂ ਨੂੰ ਮਾਧੋ ਲਾਲ ਹੁਸੈਨ ਵੀ ਕਿਹਾ ਜਾਂਦਾ ਹੈ। ਅਤੇ ਜਿਹੜੇ ਸ਼ਾਹ ਹੁਸੈਨ ਸੀ ਲਾਲ ਰੰਗ ਦੇ ਕੱਪੜੇ ਪਾਉਂਦੇ ਸੀ, ਇਸ ਕਰਕੇ ਉਹਨਾਂ ਨੂੰ ਲਾਲ ਹੁਸੈਨ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਾਹ ਹੁਸੈਨ ਨੂੰ ਪੰਜਾਬੀ ਦਾ ਸੂਰਦਾਸ ਵੀ ਕਿਹਾ ਜਾਂਦਾ ਹੈ। ਸ਼ਾਹ ਹੁਸੈਨ ਦੀ ਉਰਸ 'ਤੇ ਲੱਗਣ ਵਾਲੇ ਮੇਲੇ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਊੜਾ ਮੇਲਾ ਚਿਰਾਗਾਂ ਦਾ। ਇਹ ਸੀ ਸਾਡੇ ਸੂਫੀ ਕਾਵਿ ਨਾਲ ਸੰਬੰਧਿਤ ਪ੍ਰਸ਼ਨ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ, ਕਮੈਂਟ ਕਰਿਓ। ਅਤੇ ਅਗਲਾ ਆਪਣਾ ਟੈਸਟ ਜਿਹੜਾ ਕਿੱਸਾ ਕਾਵਿ ਦਾ ਹੈ ਉਹ 8 ਸਤੰਬਰ ਨੂੰ ਹੋਊਗਾ, ਉਹਦੀ ਤਿਆਰੀ ਕਰ ਲਿਓ। ਥੈਂਕ ਯੂ।